Welcome student. Today I will teach you about subject verb agreement. Subject verb agreement, a verb must agree with its subject, यानी कि ਜਿਹੜੀ verb ਹੁੰਦੀ ਹੈ ਉਹ subject ਦੇ ਨਾਲ relate ਕਰਦੀ ਹੋਵੇ. Means singular subject takes singular verb and plural subject takes plural verb. Number, person, that is when the subject is singular the verb must also be singular, यानी कि ਜਦੋਂ subject singular ਹੋਵੇ verb भी singular ਲੱਗੇ. When the subject is plural the verb must be plural. ਜੇ subject plural ਹੋਣ ਤਾਂ verb ਵੀ plural ਹੋਵੇ. For example, he plays cricket. he subject singular ਹੈ ਤੇ ਇਹਦੇ ਵਿੱਚ ਜਿਹੜੀ verb ਲੱਗੀ ਹੈ ਉਹ ਵੀ singular ਹੈ. ਦੇਖੋ verb ਦੇ ਵਿੱਚ ਕੀ ਹੁੰਦਾ ਹੈ, ਜਦੋਂ ਤੁਸੀਂ s ਜਾਂ es ਐਡ ਕਰਦੇ ਹੋ ਕਿਸੇ verb ਦੇ ਨਾਲ ਤਾਂ ਉਹ ਸਿੰਗੂਲਰ ਹੋ ਜਾਂਦੀ ਹੈ. ਲੇਕਿਨ ਜੇ ਤੁਸੀਂ ਕਿਸੇ ਨਾਊਨ ਦੇ ਨਾਲ ਐਸ ਜਾਂ ਈਐਸ ਐਡ ਕਰਦੇ ਹੋ ਉਹ ਪਲੂਰਲ ਹੋ ਜਾਂਦੀ. ਇਹ ਡਿਫਰੈਂਸ ਸਭ ਤੋਂ ਪਹਿਲਾਂ ਯਾਦ ਰਵੇ. ਵਰਬ ਦੇ ਨਾਲ ਐਸ ਔਰ ਈਐਸ ਲੱਗਦਾ ਹੈ ਤਾਂ ਉਹ ਸਿੰਗੂਲਰ ਹੁੰਦੀ ਹੈ. ਨੈਕਸਟ ਸੈਂਟੈਂਸ, ਦੇ ਪਲੇ ਕ੍ਰਿਕਟ, ਤਾਂ ਇਹਦੇ ਵਿੱਚ ਸਬਜੈਕਟ ਜਿਹੜਾ ਹੈ ਪਲੂਰਲ ਹੈ ਤਾਂ ਪਲੂਰਲ ਵਰਬ ਲੱਗੇਗੀ. ਨੈਕਸਟ, ਆਈ ਐਮ ਸੈਡ, ਯਾਨੀ ਸਬਜੈਕਟ ਦੇ ਅਕੋਰਡਿੰਗ वर्ब लगेगी, हेल्पिंग वर्ब उस दे अकॉर्डिंग लगती है. नेक्स्ट, वी आर सैड एंड फिफ्थ, अ गर्ल इज़ रनिंग. जी कुड़ी एक कुड़ी की गल होवे तां इज़ एम आर दे विच आपां इज़ लांदे हां. टॉपिक स्टार्ट हुंदा है. इफ द सब्जेक्ट कंसिस्ट ऑफ टू और मोर सिंगुलर नाउन, यानी कि सब्जेक्ट ਦੇ ਵਿੱਚ ਜੇ ਦੋ ਜਾਂ ਦੋ ਤੋਂ ਵੱਧ ਨਾउन ਹੋਣ ਜਾਂ ਪ੍ਰੋਨਾउन ਹੋਣ, ਜਿਵੇਂ ਕਿ ਡੀ ਦੇ ਵਿੱਚ ਮੈਂ ਜਿੱਥੇ ਮਾਰਕ ਕਰ ਰਿਹਾ ਉਹ ਲਿਖਿਆ ਹੈ. ਇਹ ਸੈਂਟੈਂਸ ਜਿਹੜਾ ਹੈ ਉਹਦੇ ਵਿੱਚ ਜੋਲੀ ਐਂਡ ਜੌਨ ਦੋ ਨਾउन ਨੇ ਅਤੇ ਡੀ ਦੇ ਵਿੱਚ ਹੀ ਐਂਡ ਆਈ ਇਹ ਦੋ ਪ੍ਰੋਨਾउन ਨੇ. ਜੋਇਨਡ ਬਾਏ ਐਂਡ, ਇਹ ਕਹਿੰਦਾ ਹੈ ਕਿ ਜੇ ਦੋ ਸਬਜੈਕਟ ਸਿੰਗੂਲਰ ਹੋਣ ਅਤੇ ਦੋਵੇਂ ਐਂਡ ਦੇ ਨਾਲ ਜੁੜੇ ਹੋਣ ਤਾਂ ਇਟ ਟੇਕਸ ਅ ਪਲੂਰਲ ਵਰਬ, ਤਾਂ ਇਸ ਦੇ ਨਾਲ ਹਮੇਸ਼ਾ ਹੀ ਪਲੂਰਲ ਵਰਬ ਲੱਗੇਗਾ. ਫੋਰ ਐਗਜ਼ਾਮਪਲ, ਜੋਲੀ ਐਂਡ ਜੌਨ ਵਰ ਟੂ ਬ੍ਰਦਰਸ, ਜੋਲੀ ਅਤੇ ਜੌਨ ਦੋ ਭਰਾ ਸਨ. ਵਰ ਲੱਗਿਆ ਹੋਇਆ ਹੈ ਮਤਲਬ ਪਲੂਰਲ ਸਬਜੈਕਟ ਪਲੂਰਲ ਵਰਬ ਲੱਗੇਗਾ. ਨੈਕਸਟ, ਦ ਪੋਇਟ ਐਂਡ ਦ ਡਰਾਮੈਟਿਸਟ ਆਰ ਬੀਂਗ ਔਨਰਡ. ਦੇਖੋ ਇਹਦੇ ਵਿੱਚ ਟੂ ਸੈਪਰੇਟ ਪਰਸਨ ਹੈ. ਇਹ ਆਪਾਂ ਨੂੰ ਕੀ ਪਤਾ ਲੱਗਾ ਕਿ ਦੋ ਸੈਪਰੇਟ ਪਰਸਨ ਹੈ ਕਿਉਂਕਿ ਦੋਨਾਂ ਦੇ ਨਾਲ ਆਰਟੀਕਲ ਲੱਗਿਆ ਹੈ. ਜੇ ਇੱਕ ਦੇ ਨਾਲ ਆਰਟੀਕਲ ਲੱਗੇਗਾ ਤਾਂ ਉਹ ਸਿੰਗੂਲਰ ਮੰਨਿਆ ਜਾਵੇਗਾ. ਉਹ ਅੱਗੇ ਵਾਲੇ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਦੱਸ ਦਾਂਗਾ. ਦ ਪੋਇਟ ਐਂਡ ਦ ਡਰਾਮੈਟਿਸਟ ਦੋਨੇ ਕੀ ਹੈ, ਅਲੱਗ ਅਲੱਗ ਵਿਅਕਤੀ ਹੈ ਕਿਉਂਕਿ ਇਸ ਲਈ ਦੋਨਾਂ ਦੇ ਨਾਲ ਅਲੱਗ ਅਲੱਗ ਆਰਟੀਕਲ ਦਾ ਯੂਜ਼ ਹੋਇਆ ਤਾਂ ਆਪਾਂ ਇੱਥੇ ਇਸ ਦੇ ਮਾਰ ਵਿੱਚੋਂ ਆਰ ਦਾ ਯੂਜ਼ ਕਰਾਂਗੇ. ਨੈਕਸਟ, ਕੋਲਕਾਤਾ, ਮੁੰਬਈ, ਚੇਨਈ ਐਂਡ ਦਿੱਲੀ ਆਰ ਦ ਮੋਸਟ ਇੰਪੋਰਟੈਂਟ ਸਿਟੀਜ਼. ਕੋਈ ਨਾउन ਜੇ ਇਕੱਠੀ ਲਿਖੀ ਹੋਵੇ ਕੋਮਾ ਦੇ ਨਾਲ ਲੱਗੀ ਹੋਵੇ ਅਤੇ ਐਂਡ ਦੇ ਨਾਲ ਜੁੜੀ ਹੋਵੇ ਤਾਂ ਇੱਥੇ ਵੀ ਆਰ ਆਊਗਾ. ਇਹ ਸਿੰਪਲ ਜੀ ਗੱਲਾਂ ਨਹੀਂ, ਇਹ ਲਗਭਗ ਕਲੀਅਰ ਹੁੰਦੀ ਹੈ. ਨੈਕਸਟ, ਹੀ ਐਂਡ ਆਈ ਵਰ ਪ੍ਰੈਜ਼ੈਂਟ, ਕਈ ਸਟੂਡੈਂਟ ਆਈ ਵੇਖ ਕੇ ਇਜ਼ ਐਮ ਆਰ ਦੇ ਵਿੱਚੋਂ ਐਮ ਲਾ ਦਿੰਦੇ ਹੈ, ਠੀਕ ਹੈ, ਅਤੇ ਵੋਜ਼ ਔਰ ਵਿੱਚੋਂ ਵੋਜ਼ ਲਾ ਦਿੰਦੇ ਹੈ. ਲੇਕਿਨ ਇਹ ਕੀ ਹੈ, ਐਂਡ ਦੇ ਨਾਲ ਜੁੜਿਆ ਹੈ ਦੋ ਪ੍ਰੋਨਾउन, ਤਾਂ ਦੋ ਵਿਅਕਤੀਆਂ ਦੇ ਬਾਰੇ ਦੱਸਦਾ ਹੈ ਕਿ ਹੀ ਐਂਡ ਆਈ ਯਾਨੀ ਉਹ ਅਤੇ ਮੈਂ. ਨੈਕਸਟ, ਐਕਸੈਪਸ਼ਨ, ਯਾਨੀ ਕਿ ਆਹ ਜਿਹੜਾ ਰੂਲ ਸੀਗਾ ਆਪਾਂ ਜਿਹੜਾ ਸੈਕਿੰਡ ਪੜ੍ਹਿਆ ਹੈ ਹੁਣ, ਇਹਦੇ ਵਿੱਚ ਕਹਿੰਦਾ ਹੈ ਕਿ ਦੋ ਜੇ ਨਾउन ਹੋਣ ਜਾਂ ਦੋ ਪ੍ਰੋਨਾउन ਐਂਡ ਨਾਲ ਜੁੜੇ ਹੋਣ ਤਾਂ ਆਪਾਂ ਪਲੂਰਲ ਵਰਬ ਲਾਵਾਂਗੇ ਜਾਂ ਹੈਲਪਿੰਗ ਵਰਬ ਲਾਵਾਂਗੇ. ਲੇਕਿਨ ਐਕਸੈਪਸ਼ਨ ਦਾ ਮਤਲਬ ਕੀ ਹੁੰਦਾ ਹੈ, ਇੱਥੇ ਆਹ ਰੂਲ ਫੋਲੋ ਨਹੀਂ ਹੁੰਦਾ, ਅਪਵਾਦ ਹੈ. ਤਾਂ ਕੀ ਅਪਵਾਦ ਨੇ, ਆਪਾਂ ਫਸਟ ਇਹ ਪੜ੍ਹਾਂਗੇ. ਇਫ ਦ ਨਾउन ਰੈਫਰਸ ਟੂ ਦ ਸੇਮ ਪਰਸਨ ਔਰ ਥਿੰਗ, ਯਾਨੀ ਇੱਕੋ ਹੀ ਪਰਸਨ ਹੋਣ ਉਸ ਨਾउन ਦੇ ਵਿੱਚ ਜਾਂ ਉਸ ਚੀਜ਼ ਦੇ ਵਿੱਚ ਜਿਸ ਨੂੰ ਇੱਕੋ ਹੀ ਨਾउन ਸੰਬੋਧਿਤ ਕਰਨ. ਐਕਸਪ੍ਰੈਸ ਵਨ ਆਈਡੀਆ, ਇੱਕ ਆਈਡੀਆ ਹੋਏ, ਦ ਵਰਬ ਇਜ਼ ਸਿੰਗੂਲਰ. ਜਿਵੇਂ ਜਿਹੜਾ ਸੈਂਟੈਂਸ ਉੱਪਰ ਦੱਸਿਆ ਸੀ ਉਹ ਸੇਮ ਹੀ ਹੈ, ਦ ਪੋਇਟ ਐਂਡ ਡਰਾਮਾਟਿਸਟ ਇਜ਼. ਹੁਣ ਇੱਥੇ ਇਜ਼ ਕਿਉਂ ਲੱਗਿਆ ਹੈ, ਜੁੜੇ ਤਾਂ ਐਂਡ ਨਾਲ ਹੈ ਅਤੇ ਦੋਵੇਂ ਸਿੰਗੂਲਰ ਨਾउन ਹੈ. ਕਿਉਂ ਜੁੜਿਆ ਹੈ, ਕਿਉਂਕਿ ਇੱਕ ਦੇ ਨਾਲ ਆਰਟੀਕਲ ਲੱਗਿਆ ਹੈ, ਇੱਕ ਦੇ ਨਾਲ ਨਹੀਂ ਲੱਗਿਆ ਹੈ.
ਜੇ ਇੱਕ ਦੇ ਨਾਲ ਲੱਗਿਆ ਹੈ ਇੱਕ ਦੇ ਨਾਲ ਨਹੀਂ ਲੱਗਿਆ ਤਾਂ ਦੋਨੋਂ ਸੇਮ ਪਰਸਨ ਹੋਣਗੇ ਅਤੇ ਇੱਕ ਵਿਅਕਤੀ ਦੇ ਬਾਰੇ ਦੱਸਣਗੇ। ਅਤੇ ਇੱਕ ਵਿਅਕਤੀ ਯਾਨੀ ਸਿੰਗੂਲਰ ਪਰਸਨ ਦੇ ਨਾਲ ਹਮੇਸ਼ਾ ਹੀ ਸਿੰਗੂਲਰ ਹੈਲਪਿੰਗ ਵਰਬ ਆਉਂਦੀ ਹੈ। ਜੇ ਦੋਨਾਂ ਦੇ ਨਾਲ ਆਰਟੀਕਲ ਲੱਗਿਆ ਹੋਵੇ ਜਿਵੇਂ ਦ ਪੋਇਟ ਐਂਡ ਦ ਡਰਾਮਾਟਿਸਟ, ਇੱਥੇ ਫਿਰ ਆਰ ਆਊਗਾ ਕਿਉਂਕਿ ਦੋਵੇਂ ਹੀ ਅਲੱਗ ਅਲੱਗ ਵਿਅਕਤੀ ਹੋ ਜਾਣਗੇ। ਨੈਕਸਟ, ਮਾਈ ਫਰੈਂਡ ਫਿਲੋਸੋਫਰ ਐਂਡ ਗਾਈਡ was invited to preside over the function। ਸੇਮ ਪਰਸਨ, ਉਹੀ ਉੱਪਰ ਵਾਲੀ ਗੱਲ ਹੈ ਕਿ ਮੇਰਾ ਫਰੈਂਡ ਜੋ ਕਿ ਫਿਲੋਸੋਫਰ ਵੀ ਹੈ ਅਤੇ ਗਾਈਡ ਵੀ ਹੈ, ਠੀਕ ਹੈ, ਇੱਥੇ was ਆਊਗਾ। ਨੈਕਸਟ, ਰਾਈਸ ਐਂਡ ਕਰੀ ਇਜ਼ ਹਿਜ਼ ਫੇਵਰੇਟ ਡਿਸ਼। ਦੇਖੋ ਆਹ ਜਿਹੜੀ ਡਿਸ਼ ਹੁੰਦੀ ਹੈ ਇਹ ਰਾਈਸ ਐਂਡ ਕਰੀ ਇਕੱਠੀ ਹੀ ਮੰਨੀ ਜਾਂਦੀ ਹੈ, ਠੀਕ ਹੈ, ਇੱਕੋ ਹੀ ਚੀਜ਼ ਹੁੰਦੀ ਹੈ। ਨੈਕਸਟ, ਸਲੋ ਐਂਡ ਸਟੱਡੀ ਵਿਨਸ ਦ ਰੇਸ। ਇਹ ਵੀ ਇੱਕ ਕਹਾਵਤ ਹੈ ਅਤੇ ਇਹਦੇ ਨਾਲ ਐਸ ਜਾਂ ਈ ਐਸ ਲੱਗੇਗਾ ਅਤੇ ਇੱਥੇ ਐਸ ਲੱਗਿਆ ਹੋਇਆ ਕਿਉਂਕਿ ਵਿਨ ਐਨ 'ਤੇ ਖਤਮ ਹੁੰਦਾ, ਇਸ ਲਈ ਇਹਦੇ ਨਾਲ ਐਸ ਲੱਗਦਾ ਹੈ। ਨੈਕਸਟ, ਬ੍ਰੈਡ ਐਂਡ ਬਟਰ ਇਜ਼ ਏ ਹੋਲਸਮ ਫੂਡ। ਅਤੇ ਬ੍ਰੈਡ ਐਂਡ ਬਟਰ, ਸਲੋ ਐਂਡ ਸਟੱਡੀ, ਇਹ ਸਾਰੇ ਵਰਡ ਇੱਕੋ ਹੀ ਚੀਜ਼ ਨੂੰ ਦਰਸਾਉਂਦੇ ਹਨ, ਇਸ ਲਈ ਇਹਦੇ ਨਾਲ ਇਸ ਦਾ ਯੂਜ਼ ਹੋਵੇਗਾ। ਨੈਕਸਟ ਹੈ ਬੀ ਪੁਆਇੰਟ, if two singular subjects joined by and are qualified by each and every, they take a singular verb। यानी कि दो सब्जैक्ट ਸਿੰਗੂਲਰ ਸਬਜੈਕਟ ਹੋਣ ਦੋਵੇਂ ਹੀ ਅਤੇ ਦੋਵੇਂ ਹੀ ਕੁਆਲੀਫਾਈ ਯਾਨੀ ਉਹਨਾਂ ਦੇ ਨਾਲ ਕੀ ਲੱਗਿਆ ਹੋਵੇ ਈਚ ਜਾਂ ਐਵਰੀ ਲੱਗਿਆ ਹੋਵੇ ਤਾਂ ਉਹਨਾਂ ਦੇ ਨਾਲ ਵੀ ਸਿੰਗੂਲਰ ਵਰਬ ਆਊਗੀ। ਜਿਵੇਂ ਫਸਟ ਐਗਜ਼ਾਮਪਲ ਹੈ ਈਚ ਮੈਨ, ਹੁਣ ਮੈਨ ਇੱਥੇ ਸਿੰਗੂਲਰ ਹੈ ਅਤੇ ਐਵਰੀ ਵੂਮਨ ਡਿਜ਼ਾਇਰਸ ਹੈਪੀਨੈਸ, ਡਿਜ਼ਾਇਰਸ ਇੱਥੇ ਸਿੰਗੂਲਰ ਵਰਬ ਹੈ ਕਿਉਂਕਿ ਐਸ ਔਰ ਈ ਐਸ ਲੱਗਿਆ ਹੋਇਆ ਇਸ ਵਰਬ ਦੇ ਨਾਲ। ਤਾਂ ਤੁਸੀਂ ਪਹਿਲਾਂ ਧਿਆਨ ਰੱਖਣਾ ਹੈ, ਪਹਿਲਾਂ ਤਾਂ ਜਿਹੜਾ ਨਾਊਨ ਹੈ ਸਿੰਗੂਲਰ ਹੋਣ ਅਤੇ ਦੋਨੇ ਈਚ ਜਾਂ ਐਵਰੀ ਦੇ ਨਾਲ ਸਟਾਰਟ ਕੀਤੇ ਹੋਣ। ਸੇਮ ਐਗਜ਼ਾਮਪਲ ਨੈਕਸਟ ਇਹੋ ਜਿਹੇ, ਈਚ ਆਵਰ ਐਂਡ ਈਚ ਮਿੰਟ ਇਜ਼ ਇੰਪੋਰਟੈਂਟ। ਕਈ ਵਾਰ ਐਗਜ਼ਾਮ ਦੇ ਵਿੱਚ ਕੀ ਕਰਦੇ ਹੈ ਇਹ ਸਿੱਧੇ ਹੀ ਐਗਜ਼ਾਮਪਲ ਆ ਜਾਂਦੇ ਹੈ ਤਾਂ ਇਹਨਾਂ ਨੂੰ ਵੈਸੇ ਵੀ ਯਾਦ ਰੱਖ ਸਕਦੇ ਹੋ। ਨੈਕਸਟ, ਅੱਗੇ ਆਪਾਂ ਪੜ੍ਹਦੇ ਹਾਂ ਰੂਲ ਨੰਬਰ 3। ਸਿੰਗੂਲਰ ਸਬਜੈਕਟਸ ਕਨੈਕਟਡ ਬਾਏ ਔਰ, ਆਈਦਰ ਔਰ ਐਂਡ ਨਾਈਦਰ ਨੋਰ ਆਰ ਫੋਲੋਡ ਬਾਏ ਅ ਸਿੰਗੂਲਰ ਵਰਬ। ਯਾਨੀ ਸਿੰਗੂਲਰ ਸਬਜੈਕਟ ਜੇ ਔਰ ਲੱਗਿਆ ਹੋਵੇ, ਆਈਦਰ ਔਰ ਲੱਗਿਆ ਹੋਵੇ, ਨਾਈਦਰ ਨੋਰ ਲੱਗਿਆ ਹੋਵੇ ਤਾਂ ਇਹਨਾਂ ਦੇ ਨਾਲ ਸਿੰਗੂਲਰ ਵਰਬ ਹੀ ਲੱਗੇਗੀ ਕਿਉਂਕਿ ਇਹਨਾਂ ਦਾ ਮੀਨਿੰਗ ਹੁੰਦਾ ਹੈ ਦੋਨਾਂ 'ਚੋਂ ਕੋਈ ਇੱਕ ਜਾਂ ਦੋਨਾਂ ਵਿੱਚੋਂ ਕੋਈ ਨਹੀਂ। ਜੀ ਫਸਟ ਐਗਜ਼ਾਮਪਲ ਹੈ ਨੋ ਪ੍ਰਾਈਜ਼ ਔਰ ਟਰੋਫੀ ਵਾਜ਼ ਗਿਵਨ ਟੂ ਹਿਮ। ਉਸ ਨੂੰ ਨਾ ਕੋਈ ਪ੍ਰਾਈਜ਼ ਮਿਲਿਆ ਨਾ ਟਰੋਫੀ ਯਾਨੀ ਕੁਝ ਵੀ ਨਹੀਂ ਮਿਲਿਆ ਤਾਂ ਸਿੰਗੂਲਰ ਸਬਜੈਕਟ ਦਾ ਬੋਧ ਕਰਾਉਂਦਾ ਹੈ ਤਾਂ ਇਸ ਦੇ ਨਾਲ ਲੱਗੇਗਾ ਵਾਜ਼। ਨੈਕਸਟ ਹੈ ਆਈਦਰ ਮਿਨੇਸ਼ ਔਰ ਪਰਾਗ ਹੈਜ਼ ਵੋਨ ਦ ਪ੍ਰਾਈਜ਼। ਕਹਿੰਦਾ ਹੈ ਜਾਂ ਤਾਂ ਮਿਨੇਸ਼ ਜਿੱਤੇਗਾ ਪ੍ਰਾਈਜ਼ ਜਾਂ ਪਰਾਗ, ਯਾਨੀ ਦੋਨਾਂ 'ਚੋਂ ਕੋਈ ਇੱਕ ਜਿੱਤੇਗਾ ਅਤੇ ਜਦੋਂ ਇੱਕ ਜਿੱਤੇਗਾ ਤਾਂ ਸਬਜੈਕਟ ਸਿੰਗੂਲਰ ਹੋਵੇਗਾ ਤਾਂ ਹੈਜ਼ ਹੈ ਵਿੱਚੋਂ ਲੱਗੇਗਾ ਹੈਜ਼। ਨੈਕਸਟ ਵਨ, ਨਾਈਦਰ ਸੰਜੀਵ ਨੋਰ ਅਮਿਤ ਹੈਜ਼ ਗੋਨ ਟੂ ਸਕੂਲ ਟੂਡੇ। ਠੀਕ ਹੈ, ਇਸ ਦਾ ਵੀ ਕਿ ਨਾ ਤਾਂ ਸੰਜੀਵ ਅਤੇ ਨਾ ਹੀ ਅਮਿਤ ਸਕੂਲ ਗਏ ਅਤੇ ਇਹਦਾ ਮਤਲਬ ਕੀ ਹੈ ਦੋਨਾਂ 'ਚੋਂ ਕੋਈ ਇੱਕ। ਤਾਂ ਇਹਦੇ ਵਿੱਚ ਕੀ ਹੈ ਸਬਜੈਕਟ ਸਿੰਗੂਲਰ ਵਰਬ ਹੈਜ਼ ਦਾ ਯੂਜ਼ ਹੋਵੇਗਾ ਹੈਲਪਿੰਗ ਵਰਬ ਦਾ। ਨੈਕਸਟ, when the subject connected by or nor are of different number, the plural subject should be written in the last and it is followed by verb। ਦੇਖੋ ਆ ਕਹਿੰਦਾ ਹੈ ਕਿ ਜਿਹੜਾ ਦੋ ਸਬਜੈਕਟ ਜੇ ਜੁੜੇ ਹੋਣ ਔਰ ਜਾਂ ਨੋਰ ਤੋਂ, ਠੀਕ ਹੈ, ਔਰ ਜਾਂ ਨੋਰ ਤੋਂ ਜੁੜੇ ਹੋਣ ਅਤੇ ਦੋਨਾਂ ਦੇ ਵਿੱਚ ਡਿਫਰੈਂਟ ਨੰਬਰ ਹੋਣ ਸਬਜੈਕਟ ਦੇ, ਇਹਨਾਂ ਦੇ ਵਿੱਚ ਕੀ ਹੈ ਸੇਮ ਸਬਜੈਕਟ ਦਾ ਨੰਬਰ ਸੀਗਾ ਲੇਕਿਨ ਇਹਨਾਂ ਦੇ ਵਿੱਚ ਕੀ ਹੈ ਡਿਫਰੈਂਟ ਨੰਬਰ ਹੈ, ਯਾਨੀ ਪਹਿਲਾ ਸਿੰਗੂਲਰ ਹੈ ਦੂਜਾ ਪਲੂਰਲ ਅਤੇ ਪਹਿਲਾ ਸਿੰਗੂਲਰ ਦੂਜਾ ਪਲੂਰਲ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਸਿੰਗੂਲਰ ਕਦੋਂ ਆਵੇਗਾ ਪਲੂਰਲ ਕਦੋਂ ਆਵੇਗਾ ਤਾਂ ਸਿੰਗੂਲਰ ਜਿਹੜਾ ਹੈ ਫਸਟ ਰੱਖਿਆ ਜਾਵੇਗਾ ਅਤੇ ਪਲੂਰਲ ਸੈਕਿੰਡ ਨੰਬਰ 'ਤੇ ਰੱਖਿਆ ਜਾਵੇਗਾ ਅਤੇ ਜਿਹੜੀ ਵਰਬ ਹੈ ਉਹ ਹਮੇਸ਼ਾ ਹੀ ਪਲੂਰਲ ਆਵੇਗੀ। ਜਿਵੇਂ ਕਿ ਫਸਟ ਸੈਂਟੈਂਸ ਹੈ ਆਈਦਰ ਰਘੂ ਔਰ ਹਿਜ਼ ਪੈਰੈਂਟਸ ਆਰ ਟੂ ਬਲੇਮ।
पेरेंट्स प्लूरल है तो आर आएगा। नाइदर पारुल नोर हर फ्रेंड्स प्लूरल है तो हैव आएगा। नाइदर द हैड मास्टर नोर द टीचर्स, ਤਾਂ ਇੱਥੇ ਟੀਚਰਸ ਜਿਹੜਾ ਹੈ ਪਲੂਰਲ ਹੈ ਤਾਂ ਇੱਥੇ ਵਰ ਦਾ ਯੂਜ਼ ਹੋਵੇਗਾ। ਧਿਆਨ ਰੱਖੋ ਇੱਕੋ ਵਰਗੇ ਦੇ ਸੈਂਟੈਂਸ ਲੇਕਿਨ ਇੱਕੋ ਹੀ ਫਰਕ ਹੈ, ਇਹਦੇ ਵਿੱਚ ਕੀ ਹੈ ਦੋਵੇਂ ਜਿਹੜੇ ਸਬਜੈਕਟ ਸੀਗੇ ਸਿੰਗੂਲਰ ਸੀ, ਇਸ ਦੇ ਲਈ ਸਿੰਗੂਲਰ ਵਰਬ, ਅਤੇ ਇਹਦੇ ਵਿੱਚ ਕੀ ਹੈ ਦੋਵੇਂ ਚੋਂ ਇੱਕ ਜਿਹੜਾ ਸਬਜੈਕਟ ਹੈ ਉਹ ਪਲੂਰਲ ਹੁੰਦਾ ਹੈ ਅਤੇ ਪਲੂਰਲ ਜਿਹੜਾ ਸਬਜੈਕਟ ਹੈ ਉਹ ਦੂਜੇ ਨੰਬਰ 'ਤੇ ਰੱਖਿਆ ਜਾਂਦਾ ਹੈ ਅਤੇ ਉਸੇ ਦੇ ਅਕੋਰਡਿੰਗ ਵਰਬ ਭਰਨੀ ਹੁੰਦੀ ਹੈ। Next, when the subject is connected by nor or are of different person, the verb agrees in person with the subject nearest to it। यानी कि ਨੋਰ ਅਤੇ ਔਰ ਲੱਗਿਆ ਹੋਵੇ ਅਤੇ ਦੋਨਾਂ ਦੇ ਡਿਫਰੈਂਟ ਪਰਸਨ ਹੋਣ ਤਾਂ ਜਿਹੜਾ ਹੈ ਸਿੱਧਾ ਵੈਸੇ ਤੁਸੀਂ ਯਾਦ ਰੱਖ ਸਕਦੇ ਹੋ ਉਹ ਇਸ ਤੋਂ ਪਹਿਲਾਂ ਅਤੇ ਆਹੀ ਜਿਹੜਾ ਮੈਂ 5 ਨੰਬਰ ਪੜ੍ਹ ਰਿਹਾ ਇੱਕੋ ਵਰਗੇ ਜੇ ਹੈ, ਇਹਨਾਂ ਦੇ ਲਈ ਦੂਜਾ ਜਿਹੜਾ ਸਬਜੈਕਟ ਹੁੰਦਾ ਉਸ ਦੇ ਅਕੋਰਡਿੰਗ ਵਰਬ ਆਉਂਦੀ ਹੈ ਵਰਬ ਜਾਂ ਹੈਲਪਿੰਗ ਜਿਹੜੀ ਪੁੱਛ ਜਾਂਦੀ ਹੈ ਉਹ ਉਸ ਦੇ ਦੂਜੇ ਸਬਜੈਕਟ ਦੇ ਅਕੋਰਡਿੰਗ ਆਉਂਦੀ ਹੈ। ਯਾਨੀ ਕਿ ਫਸਟ ਸੈਂਟੈਂਸ ਦੇ ਵਿੱਚ ਹੈ ਨੀਦਰ ਯੂ ਨੋ ਰੋਜ਼ੀ, ਅਤੇ ਯੂ ਦੇ ਨਾਲ ਵੈਸੇ ਆਰ ਆਉਂਦਾ ਲੇਕਿਨ ਜਿਹੜਾ ਸਬਜੈਕਟ ਦੂਜਾ ਹੈ ਉਸ ਦੇ ਅਕੋਰਡਿੰਗ ਵਰਬ ਭਰਨੀ ਹੁੰਦੀ ਹੈ ਅਤੇ ਇਹਦੇ ਲਈ ਕੀ ਆਵੇਗਾ ਇੱਥੇ ਇਜ਼ ਆਵੇਗਾ। ਨੈਕਸਟ, ਨੀਦਰ ਯੂ ਨੋ ਰਾਹੁਲ ਸੀਮਸ ਟੂ ਬੀ ਇੰਟਰਸਟਿਡ ਇਨ ਦਿਸ ਪਲਾਨ, ਅਤੇ ਇਹਦੇ ਵਿੱਚ ਕੀ ਹੈ ਰਾਹੁਲ ਸਿੰਗੂਲਰ ਹੈ ਤਾਂ ਸਿੰਗੂਲਰ ਵਰਬ ਆਵੇਗੀ ਐਸੋਰੀਅਸ ਲੱਗੇਗਾ। ਨੈਕਸਟ, ਨੀਦਰ ਨੀਲੂ ਨੋਰ ਆਈ ਹੈਵ ਐਨੀ ਮਨੀ ਟੂ ਬਾਏ ਏ ਹਾਊਸ, ਆਈ ਦੇ ਨਾਲ ਹੈਵ ਦਾ ਯੂਜ਼ ਹੁੰਦਾ ਹੈ, ਠੀਕ ਹੈ। ਨੀਲੂ ਦੇ ਅਕੋਰਡਿੰਗ ਜੀ ਸਬਜੈਕਟ ਯੂਜ਼ ਕਰਨਾ ਹੁੰਦਾ ਤਾਂ ਇੱਥੇ ਹੈਜ਼ ਆਉਣਾ ਸੀ, ਲੇਕਿਨ ਨੋਰ ਅਤੇ ਔਰ ਦੇ ਬਾਅਦ ਵਾਲੇ ਸਬਜੈਕਟ ਦੇ ਅਕੋਰਡਿੰਗ ਜਿਹੜੀ ਹੈ ਹੈਲਪਿੰਗ ਵਰਬ ਜਾਂ ਮੇਨ ਵਰਬ ਯੂਜ਼ ਹੁੰਦੀ ਹੈ। ਨੈਕਸਟ 6 ਨੰਬਰ ਹੈ when the subject consists of two nouns or pronouns joined by with or as well as। ਦੇਖੋ with ਅਤੇ as well as ਦੇ ਨਾਲ ਦੋ ਨਾउन ਜੁੜੀ ਹੋਣ ਤਾਂ ਜਿਹੜਾ ਹੈ ਵਰਬ ਫਸਟ ਦੇ ਅਕੋਰਡਿੰਗ ਆਊਗੀ, ਫਸਟ ਜਿਹੜਾ ਸਬਜੈਕਟ ਹੋਵੇਗਾ ਉਸ ਦੇ ਅਕੋਰਡਿੰਗ ਆਉਂਦੀ ਹੈ। ਇਹਦੇ ਵਿੱਚ ਲਿਖਿਆ ਹੈ all the students with their teacher were present at the show, ਯਾਨੀ ਕਿ ਸਾਰੇ ਜਿਹੜੇ ਵਿਦਿਆਰਥੀ ਹੈ ਆਪ ਦੇ ਅਧਿਆਪਕ ਦੇ ਨਾਲ ਇਸ ਦੇ ਵਿੱਚ ਪ੍ਰੈਜ਼ੈਂਟ ਹੋਏ ਤਾਂ ਕੀ ਹੋ ਗਿਆ ਪਲੂਰਲ। ਇਹਦੇ ਵਿੱਚ ਵਿਦ ਐਜ਼ ਵੈਲ ਐਜ਼ ਦਿੱਤਾ ਹੋਵੇ ਤਾਂ ਜਿਹੜਾ ਸਬਜੈਕਟ ਜਿਹੜੀ ਮੇਨ ਵਰਬ ਜਿਹੜੀ ਹੁੰਦੀ ਹੈ ਉਹ ਫਸਟ ਸਬਜੈਕਟ ਦੇ ਅਕੋਰਡਿੰਗ ਲੱਗਦੀ ਹੈ। ਇਹਦੇ ਨੈਕਸਟ ਸੈਂਟੈਂਸ ਹੈ ਹੀ ਵਿਦ all his friends was ready to do or die, ਉਹ ਆਪਣੇ ਸਾਰੇ ਫਰੈਂਡ ਦੇ ਨਾਲ ਮਰਨ ਦੇ ਲਈ ਤਿਆਰ ਹੋ ਗਿਆ, ਅਤੇ ਵਿਦ ਲੱਗਿਆ ਹੋਵੇ ਤਾਂ ਫਸਟ ਸਬਜੈਕਟ ਦੇ ਅਕੋਰਡਿੰਗ ਵਰਬ ਜਾਂ ਹੈਲਪਿੰਗ ਵਰਬ ਭਰੀ ਦੀ ਹੈ, ਇਹਦੇ ਨਾਲ ਕੀ ਆਵੇਗਾ ਵਾਸ ਆਵੇਗਾ। ਨੈਕਸਟ ਹੈ ਦੇ ਐਜ਼ ਵੈਲ ਐਜ਼ ਆਈ ਆਰ ਸਿਕ ਆਫ ਹਿਜ਼ ਬਿਹੇਵੀਅਰ, ਅਤੇ ਦੇ ਨਾਲ ਆਰ ਹੈ ਕਿਉਂਕਿ ਲੱਗਿਆ ਐਜ਼ ਵੈਲ ਐਜ਼ ਹੈ। ਨੈਕਸਟ ਵੀ ਇਸੇ ਤਰ੍ਹਾਂ ਹੀ ਹੈ। Number 7, when two subjects are connected by not only but also the verb agrees with the second subject, ਯਾਨੀ ਕਿ ਦੋ ਸਬਜੈਕਟ ਜੁੜੇ ਹੋਣ ਅਤੇ ਔਰ ਜੁੜੇ ਕਿਸ ਨਾਲ ਹੋਣ ਨੋਟ ਓਨਲੀ ਫਿਰ ਬਟ ਆਲਸੋ, ਯਾਨੀ ਇਸ ਦੇ ਫੁੱਲ ਸਟੋਪ ਦਾ ਮਤਲਬ ਹੈ ਇੱਥੇ ਕੋਈ ਸਬਜੈਕਟ ਲੱਗਿਆ ਹੋਵੇਗਾ ਤਾਂ ਤੁਸੀਂ ਕੀ ਕਰਨਾ ਹੈ ਸੈਕਿੰਡ ਸਬਜੈਕਟ ਦੇ ਅਕੋਰਡਿੰਗ ਵਰਬ ਭਰਨੀ ਹੈ। ਜਿਵੇਂ ਨੋਟ ਓਨਲੀ ਦ ਮਾਸਟਰ ਬਟ ਹਿਜ਼ ਸਰਵੈਂਟਸ, ਨੋਟ ਓਨਲੀ ਬਟ ਆਲਸੋ, ਇੱਥੇ ਬਟ ਆਲਸੋ ਇੱਥੇ ਲੱਗਿਆ ਹੋਇਆ ਬਟ ਹਿਜ਼ ਸਰਵੈਂਟਸ ਹੈਵ, ਤਾਂ ਜਿਹੜਾ ਦੂਜਾ ਹੈ ਬਟ ਹੈ ਜਾਂ ਬਟ ਆਲਸੋ ਹੈ ਉਸ ਤੋਂ ਬਾਅਦ ਜਿਹੜਾ ਸਬਜੈਕਟ ਆਵੇਗਾ ਉਸ ਦੇ ਅਕੋਰਡਿੰਗ ਜਿਹੜੀ ਵਰਬ ਜਾਂ ਹੈਲਪਿੰਗ ਵਰਬ ਉਹ ਯੂਜ਼ ਕਰਨੀ ਹੈ। ਸਰਵੈਂਟਸ ਪਲੂਰਲ ਹੈ ਇਸ ਦੇ ਲਈ ਹੈਵ ਦਾ ਯੂਜ਼ ਹੋਵੇਗਾ। ਨੈਕਸਟ, ਨੋਟ ਓਨਲੀ ਦ ਸੋਲਜਰਸ ਬਟ ਦੀ ਕੈਪਟਨ, ਯਾਨੀ ਕੈਪਟਨ ਬਟ ਤੋਂ ਬਾਅਦ ਲੱਗਿਆ ਹੈ ਤਾਂ ਕੈਪਟਨ ਦੇ ਅਕੋਰਡਿੰਗ ਹੈਲਪਿੰਗ ਵਰਬ ਜਾਂ ਮੇਨ ਵਰਬ ਯੂਜ਼ ਹੋਏਗੀ। ਨੈਕਸਟ, ਵੈਨ ਦ ਸਬਜੈਕਟ ਇਜ਼ ਦ ਫੋਰਮਲ ਦੇਅਰ the verb agrees with the real subject that follows it, ਯਾਨੀ ਜਿਹੜਾ ਦੇਅਰ ਦੇ ਨਾਲ ਜੇ ਕੋਈ ਸੈਂਟੈਂਸ ਸ਼ੁਰੂ ਹੁੰਦਾ ਹੈ ਜਾਂ ਰੀਅਲ ਜਿਹੜਾ ਸਬਜੈਕਟ ਹੈ ਕਿਉਂਕਿ ਦੇਅਰ ਇੱਕ ਡਮੀ ਸਬਜੈਕਟ ਹੈ ਇਹਦੇ ਅਕੋਰਡਿੰਗ ਨਹੀਂ ਆਵੇਗਾ। ਇਹਦੇ ਵਿੱਚ ਕੀ ਹੈ ਦੇਅਰ ਇਜ਼ ਨੋ ਹੋਪ ਆਫ ਹਿਜ਼ ਸਕਸੈਸ, ਤਾਂ ਰੀਅਲ ਸਬਜੈਕਟ ਕੀ ਹੈ ਹੋਪ ਉਮੀਦ, ਹੋਪ ਇੱਕ ਕੀ ਹੈ
ਅਨਕਾਊਂਟੇਬਲ ਨਾउन ਹੈ ਤਾਂ ਅਨਕਾਊਂਟੇਬਲ ਜਿਹੜੀ ਹੁੰਦੀ ਹੈ ਉਹਦੇ ਨਾਲ ਹਮੇਸ਼ਾ ਹੀ ਸਿੰਗੂਲਰ ਵਰਬ ਯੂਜ਼ ਹੁੰਦੀ ਹੈ। ਨੈਕਸਟ ਹੈ ਦੇਅਰ ਵਰ ਮੈਨੀ ਡਿਫੀਕਲਟੀਜ਼, ਇਹਦੇ ਵਿੱਚ ਸਬਜੈਕਟ ਕਿਹੜਾ ਹੈ ਡਿਫੀਕਲਟੀਜ਼, ਦੇਅਰ ਜਿਹੜਾ ਲੱਗਿਆ ਹੈ ਉਹ ਡਮੀ ਸਬਜੈਕਟ ਹੈ ਤਾਂ ਡਿਫੀਕਲਟੀਜ਼ ਪਲੂਰਲ ਹੈ, ਮੁਸ਼ਕਿਲਾਂ ਤਾਂ ਇਹਦੇ ਨਾਲ ਕੀ ਹੈ ਵਰ ਦਾ ਯੂਜ਼ ਹੋਵੇਗਾ। ਨੈਕਸਟ 9th ਨੰਬਰ ਆਈਦਰ ਨਾਈਦਰ ਈਚ everyone one of the take a singular verb, ਯਾਨੀ ਇਹ ਸਾਰੇ ਜਿਹੜੇ ਲੱਗਣਗੇ ਜਿੱਥੇ ਵੀ ਇਹ ਲੱਗੇ ਹੋਣ ਤਾਂ ਇੱਥੇ ਸਬਜੈਕਟ ਵਰਬ ਜਿਹੜੀ ਹੈ ਸਿੰਗੂਲਰ ਸ਼ੋ ਹੋਏਗੀ। ਨਾਈਦਰ ਆਫ ਦ ਟੂ ਬੁੱਕਸ ਵਾਜ਼ ਇੰਟਰਸਟਿੰਗ, ਇਹ ਦੋਨਾਂ ਵਿੱਚੋਂ ਕੋਈ ਵੀ ਬੁੱਕ ਜਿਹੜੀ ਹੈ ਇੰਟਰਸਟਿੰਗ ਨਹੀਂ ਹੈ। ਐਵਰੀਵਨ ਆਫ ਦੀਜ਼ ਵਰਕਰਸ ਇਜ਼ ਐਨ ਐਕਸਪਰਟ, ਐਵਰੀਵਨ ਦਾ ਮਤਲਬ ਹੁੰਦਾ ਹੈ ਹਰੇਕ, ਇੱਕ ਯਾਨੀ ਕਿ ਹਰੇਕ ਤੇ ਇੰਡੀਵਿਜੂਅਲੀ ਗੱਲ ਕਰ ਰਿਹਾ ਹੈ ਤਾਂ ਇਸ ਦਾ ਯੂਜ਼ ਹੋਵੇਗਾ। ਵਨ ਆਫ ਦ ਸਟੂਡੈਂਟਸ ਇਜ਼ ਡਿਫਰੈਂਟਲੀ ਏਬਲਡ, ਇਹਦੇ ਨਾਲ ਵੀ ਕੀ ਹੈ ਇਜ਼ ਆਵੇਗਾ। ਇਹ ਸਾਰੇ ਵਰਡ ਤੁਸੀਂ ਯਾਦ ਰੱਖਣੇ ਹੈ। ਆਈਦਰ ਨਾਈਦਰ ਈਚ ਐਵਰੀਵਨ ਵਨ ਆਫ ਦ, ਈਚ ਆਫ ਦੀਜ਼ ਟੂ ਗਰਲਸ ਇਜ਼ ਇੰਟੈਲੀਜੈਂਟ, ਯਾਨੀ ਦੋਨਾਂ ਵਿੱਚੋਂ ਜਿਹੜੇ ਦੋਨੋਂ ਹਰੇਕ ਇੱਕ ਦੀ ਗੱਲ ਕਰਦਾ ਹੈ ਇੰਟੈਲੀਜੈਂਟ ਹੈ, ਪਰਸਨਲੀ ਗੱਲ ਕਰਦਾ ਹੈ। ਈਦਰ ਆਫ ਦੀਜ਼ ਟੂ ਬॉयਜ਼, ਇਹਦੇ ਨਾਲ ਵੀ ਸੇਮ ਹੀ ਰੂਲ ਫੋਲੋ ਹੁੰਦਾ ਹੈ। ਨੈਕਸਟ 10 ਨੰਬਰ ਹੈ ਨਾउन्स ਵਿਚ ਆਰ ਪਲੂਰਲ ਇਨ ਫੋਰਮ ਬਟ ਸਿੰਗੂਲਰ ਇਨ ਮੀਨਿੰਗ, ਯਾਨੀ ਫੋਰਮ ਦਾ ਮਤਲਬ ਹੁੰਦਾ ਦੇਖਣ ਵਿੱਚ ਜਿਹੜੀ ਪਲੂਰਲ ਲੱਗਦੀ ਹੋਵੇ ਲੇਕਿਨ ਮੀਨਿੰਗ ਉਹਨਾਂ ਦਾ ਸਿੰਗੂਲਰ ਹੋਵੇ, ਉਹ ਵੀ ਹਮੇਸ਼ਾ ਹੀ ਸਿੰਗੂਲਰ ਵਰਬ ਦੇ ਨਾਲ ਐਗਜ਼ਿਸਟ ਕਰੇਗੀ। ਜਿਵੇਂ ਕਿ ਹੈ ਫਸਟ ਹੈ ਮੈਥਮੈਟਿਕਸ, ਯਾਨੀ ਪਿੱਛੇ ਐਸ ਲੱਗਿਆ ਹੋਇਆ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪਲੂਰਲ ਹੈ ਲੇਕਿਨ ਐਕਚੁਅਲ ਦੇ ਵਿੱਚ ਇਹ ਕੀ ਹੈ ਸਿੰਗੂਲਰ ਹੈ। ਮੈਥਮੈਟਿਕਸ ਇਜ਼ ਮਾਈ ਫੇਵਰਟ ਸਬਜੈਕਟ, ਪੋਲੀਟਿਕਸ ਇਜ਼ ਅ ਡਰਟੀ ਗੇਮ, ਤਾਂ ਪੋਲੀਟਿਕਸ ਦੇ ਨਾਲ ਵੀ ਕੀ ਹੈ ਇਜ਼ ਲੱਗੇਗਾ ਕਿਉਂਕਿ ਇਹ ਵੀ ਇੱਕ ਸਿੰਗੂਲਰ ਸਬਜੈਕਟ ਹੈ ਜਾਂ ਸਿੰਗੂਲਰ ਨਾउन ਹੈ। ਦ ਵੇਜਸ ਆਫ ਸਿਨ ਇਜ਼ ਡੈਥ, ਵੇਜਸ ਵੀ ਵਰਡ ਕੀ ਹੈ ਸਿੰਗੂਲਰ ਹੈ। ਤੇ ਇਸ ਤੋਂ ਬਾਅਦ ਹੈ ਦ ਨਿਊਜ਼ ਇਜ਼ ਟੂ ਗੁੱਡ ਟੂ ਬੀ ਟਰੂ, ਨਿਊਜ਼ ਵੀ ਸਬਜੈਕਟ ਸਿੰਗੂਲਰ ਹੈ। ਗੁਲੀਵਰਸ ਟਰੈਵਲ, ਇਹ ਇੱਕ ਕਿਤਾਬ ਦਾ ਨਾਮ ਹੈ ਜਿਹੜੀ ਜੋਨਾਥਨ ਸਵਿਫਟ ਨੇ ਲਿਖੀ ਸੀ। ਜਿਹੜੀ ਬੁੱਕ ਦਾ ਨਾਮ ਹੋਵੇ ਉਹ ਹਮੇਸ਼ਾ, ਇੱਕ ਕਿਤਾਬ ਦਾ ਨਾਮ ਹੋਵੇ ਹਮੇਸ਼ਾ ਹੀ ਸਿੰਗੂਲਰ ਹੁੰਦੀ ਹੈ। ਉਹ ਕਿਤਾਬ ਦੇ ਵਿੱਚ ਚਾਹੇ ਪਲੂਰਲ ਕਿੰਨੇ ਵੀ ਵਰਡ ਹੋਣ, ਰਾਮ ਐਂਡ ਸ਼ਾਮ ਵੀ ਲਿਖਿਆ ਹੋਵੇ ਕਿਤਾਬ ਦਾ ਟਾਈਟਲ, ਉਹ ਹਮੇਸ਼ਾ ਜਿਹੜਾ ਹੁੰਦਾ ਹੈ ਸਿੰਗੂਲਰ ਹੋਵੇਗਾ। ਨੈਕਸਟ ਕੋਲੈਕਟਿਵ ਨਾउन, ਕੋਲੈਕਟਿਵ ਨਾउन ਹੁੰਦਾ ਹੈ ਜਿਹੜਾ ਗਰੁੱਪ ਵਿੱਚ ਸ਼ੋਅ ਕੀਤਾ ਜਾਂਦਾ ਹੈ। ਕੋਲੈਕਟਿਵ ਨਾउन ਕ੍ਰਿਊ, ਜੂਰੀ, ਕਮੇਟੀ is followed by a singular verb when the group is thought as a single unit, ਯਾਨੀ ਜੇ ਸਾਰਿਆਂ ਦਾ ਇੱਕੋ ਹੀ ਯੂਨਿਟ, ਯਾਨੀ ਜੇ ਕੋਈ ਜਿਵੇਂ ਸੀ ਹੈ ਕਿ the jury was unanimous in its verdict, ਯਾਨੀ ਆਪ ਦਾ ਜਿਹੜਾ ਵਰਡਿਕਟ ਹੈ ਉਹ ਇਕੱਠਾ ਸ਼ੋਅ ਕੀਤਾ ਹੈ, ਠੀਕ ਹੈ। ਅਤੇ ਅਗਲਾ ਹੈ the jury were divided in their opinion, ਦੇਰ ਦਾ ਇੱਥੇ ਮਤਲਬ ਹੈ, ਇੱਥੇ ਇਟਸ ਦਾ ਮਤਲਬ ਹੈ। ਇਸ ਤੋਂ ਪਤਾ ਲੱਗੇਗਾ ਕਿ ਵਾਜ਼ ਆਉਣਾ ਹੈ ਕਿ ਵਰ ਆਉਣਾ ਹੈ ਜੂਰੀ ਦੇ ਨਾਲ। ਇਹ ਖਾਸ ਕਰ ਸੈਂਟੈਂਸ ਪੇਪਰ ਦੇ ਵਿੱਚ ਜ਼ਰੂਰ ਆਉਂਦਾ ਹੈ। ਦੇਖੋ ਤੁਸੀਂ ਵੇਖਣਾ ਹੈ ਇਟਸ ਲੱਗਿਆ ਹੋਵੇ ਤਾਂ ਸਿੰਗੂਲਰ ਭਰ ਦੇਣਾ ਹੈ। ਇਟਸ ਦਾ ਮਤਲਬ ਹੈ ਉਹਨਾਂ ਦਾ ਜਿਹੜਾ ਵਰਡਿਕਟ ਜਿਹੜਾ ਸੀਗਾ ਉਹ ਇਕੱਠਾ ਹੀ ਸ਼ੋਅ ਕੀਤਾ, ਸਾਰੇ ਸਹਿਮਤ ਹੋ ਗਏ ਸਾਰੇ ਜੂਰੀ ਦੇ। ਜੂਰੀ ਕੀ ਹੁੰਦਾ ਹੈ ਇੱਕ ਗਰੁੱਪ ਆਫ ਜੱਜਸ ਹੁੰਦਾ ਹੈ, ਉਹਨਾਂ ਵਿੱਚ ਜੇ ਸਾਰੇ ਅਗਰੀ ਕਰਦੇ ਹੈ ਤਾਂ ਇਟਸ ਹੋ ਗਏ। ਐਂਡ ਡੀ ਲਿਖਿਆ ਹੈ ਦ ਜੂਰੀ ਵਰ ਡਿਵਾਈਡਡ ਇਨ ਦੇਅਰ ਓਪੀਨੀਅਨ, ਦੇਅਰ ਮਤਲਬ ਹੁੰਦਾ ਹੈ ਉਹਨਾਂ ਦੇ ਵਿਚਾਰ ਅਲੱਗ-ਅਲੱਗ ਹੋ ਗਏ। ਜੇ ਵਿਚਾਰ ਅਲੱਗ-ਅਲੱਗ ਹੋ ਗਏ ਤਾਂ ਉਹਨਾਂ ਦੇ ਜਿਹੜਾ ਹੈ ਪਲੂਰਲ ਗਿਣਿਆ ਜਾਵੇਗਾ, ਜੇ ਇੱਕੋ ਹੀ ਵਰਡਿਕਟ ਆਉਂਦਾ ਹੈ ਉਹ ਸਿੰਗੂਲਰ ਗਿਣਿਆ ਜਾਵੇਗਾ। ਇੱਥੇ ਦੇਰ ਲੱਗਿਆ ਹੋਵੇ ਤੁਸੀਂ ਵਰ ਲਾਉਣਾ ਹੈ, ਇਟਸ ਲੱਗਿਆ ਹੋਵੇ ਵਾਜ਼ ਲਾਉਣਾ ਹੈ। ਨੈਕਸਟ ਹੈ ਕਮੇਟੀ ਵਾਜ਼ ਅਪੋਇੰਟਡ ਟੂ ਸਜੈਸਟ ਸਮ ਰਿਫੋਰਮਸ, ਇਹ ਕਮੇਟੀ, ਠੀਕ ਹੈ, ਇੱਥੇ ਇਹ ਵੈਸੇ ਵੀ ਲੱਗਿਆ ਹੈ। ਨੈਕਸਟ ਦ ਕਮੇਟੀ ਵਰ ਡਿਵਾਈਡਡ ਔਨ ਦਾ ਇਸ਼ੂ, ਇਹ ਸੇਮ ਹੀ ਜੂਰੀ ਦੀ ਤਰ੍ਹਾਂ ਹੈ। ਜੇ ਡਿਵਾਈਡ ਹੋ ਜਾਣ ਤਾਂ ਉਹ ਕੀ ਹੈ ਆਪਦੇ ਇਸ਼ੂ 'ਤੇ ਉਹ ਪਲੂਰਲ ਮੰਨਿਆ ਜਾਂਦਾ ਹੈ। ਨੈਕਸਟ ਹੈ 12 when the subject of a verb is a relative pronoun, relative pronoun who, which, ਠੀਕ ਹੈ, ਇਸ ਤਰ੍ਹਾਂ ਦੇ ਜਿਹੜੇ that ਹੈ ਇਹ ਸਾਰੇ relative pronoun ਆਉਂਦੇ ਹੈ। the verb agrees in number and person with the antecedent of the relative pronoun, ਯਾਨੀ relative pronoun ਜਿਸ ਦੇ ਲਈ ਯੂਜ਼ ਹੋ ਰਿਹਾ ਹੁੰਦਾ ਹੈ ਉਸ ਦੇ ਅਕੋਰਡਿੰਗ verb ਭਰੀ ਜਾਂਦੀ ਹੈ। the boy who always stand first is my son, ਯਾਨੀ ਉਹ ਮੁੰਡਾ ਜਿਹੜਾ, ਯਾਨੀ ਕਿ ਦੇਖੋ
ਨਾਊਨ ਦੇ ਬਾਰੇ ਕੁਝ ਐਕਸਟਰਾ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਅਤੇ ਜਿਵੇਂ ਇਹਨੂੰ ਤੁਸੀਂ ਕੱਟ ਦੋਗੇ ਤਾਂ ਜਿਹੜਾ ਸਬਜੈਕਟ ਬਣਦਾ ਹੈ ਉਸ ਤੁਹਾਨੂੰ ਸਮਝ ਆ ਜਾਏਗਾ, ਦਾ ਬੋਏ ਇਜ਼ ਮਾਈ ਸਨ। ਠੀਕ ਹੈ, ਹੁਣ ਬਹੁਤ ਸਾਰੇ ਮੁੰਡੇ ਖੜੇ ਹੈ, ਇਸ ਦੇ ਲਈ ਉਹਨੇ ਇਹ ਕਿਹਾ ਦਾ ਬੋਏ ਹੂ ਆਲਵੇਜ਼ ਸਟੈਂਡ ਫਸਟ, ਯਾਨੀ ਉਹ ਮੁੰਡਾ ਜਿਹੜਾ ਹਮੇਸ਼ਾ ਫਸਟ 'ਤੇ ਸਟੈਂਡ ਕਰਦਾ ਹੈ ਉਹ ਮੇਰਾ ਮੁੰਡਾ ਹੈ। ਜਿਹੜਾ ਲੜਕਾ ਫਸਟ ਸਟੈਂਡ ਕਰਦਾ ਹੈ ਉਹ ਮੇਰਾ ਮੁੰਡਾ ਹੈ। ਦਾ ਬੋਏ ਹੂ ਆਲਵੇਜ਼ ਸਟੈਂਡਸ ਫਸਟ ਇਜ਼ ਮਾਈ ਸਨ। ਤਾਂ ਇਹ ਜਿਹੜਾ ਦਿੱਤਾ ਹੁੰਦਾ ਹੈ ਰਿਲੇਟਿਵ ਪ੍ਰੋਨਾਊਨ ਦਾ, ਜਿਹੜਾ ਇਹ ਐਡਜੈਕਟਿਵ ਦਾ ਕੰਮ ਕਰਦਾ ਹੈ, ਯਾਨੀ ਕੁਝ ਰਿਲੇਟ ਬਤਾ ਰਿਹਾ ਹੈ ਬੋਏ ਦੇ ਬਾਰੇ, ਕੁਝ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਹੈ। ਠੀਕ ਹੈ, ਇਹਦਾ ਵੈਸੇ ਕੋਈ ਯੂਜ਼ ਨਹੀਂ ਹੈ। ਦ ਟਾਈਮ ਵਿਚ ਇਜ਼ ਲੋਸਟ, ਦ ਟਾਈਮ ਜੇ ਦੇਖੋ ਕੋਮਾ ਵੀ ਲੱਗਿਆ, ਇਹ ਵੀ ਧਿਆਨ ਰੱਖਿਆ ਜਾਵੇ, ਕੋਮਾ ਵੀ ਲੱਗਿਆ ਹੈ। ਦ ਟਾਈਮ ਵਿਚ ਇਜ਼ ਲੋਸਟ, ਜਿਹੜਾ ਸਮਾਂ ਹੈ ਜਿਹੜਾ ਖਤਮ ਹੋ ਚੁੱਕਾ ਹੈ, ਇਜ਼ ਲੋਸਟ ਫੋਰ ਐਵਰ, ਹਮੇਸ਼ਾ ਲਈ ਚਲਾ ਗਿਆ ਹੈ। ਦ ਟਾਈਮ ਇਜ਼ ਲੋਸਟ ਫੋਰ ਐਵਰ, ਇਸ ਵਿਚ ਇਜ਼ ਲੋਸਟ ਹਟਾ ਦਾ ਤਾਂ ਵੀ ਸੈਂਟੈਂਸ ਸਹੀ ਹੈ। ਆਈ who am your friend will certainly help you. Next, this is one of the most interesting books that have ever appeared. ठीक है, books लग गया है इसलिए have आएगा। Next 13, when the subject is a sum of money considered as whole, a singular subject is used if the subject is a sum of money and it refers to the notes or coin considered separately. A plural verb is used. According to example, 100 rupees is not a small amount. 100 rupees were found in his purse. ਦੇਖੋ ਜੇ ਉਹ ਕਹਿੰਦਾ ਹੈ ਕਿ ਇਕੱਠੇ ਦੀ ਗੱਲ ਕਰੀਏ, ਜੇ ਜਿਹੜਾ ਅਮਾਊਂਟ ਹੈ ਤਾਂ ਆਪਾਂ ਸਿੰਗਲਰ ਵਰਬ ਭਰਾਂਗੇ, ਯਾਨੀ ਇਹਦੇ ਵਿੱਚ 100 ਰੁਪੀਜ਼ ਇਜ਼ ਨੋਟ ਅ ਸਮੋਲ ਅਮਾਊਂਟ, ਯਾਨੀ ਕਿ 100 ਜਿਹੜਾ ਰੁਪਈਆ ਕੋਈ ਛੋਟੀ ਰਕਮ ਨਹੀਂ ਹੈ, ਤਾਂ ਉਹ ਪੂਰੀ ਰਕਮ ਦੀ ਗੱਲ ਕੀਤੀ ਹੈ ਤਾਂ ਇਹਦੇ ਵਿੱਚ ਸਿੰਗੂਲਰ ਸਬਜੈਕਟ ਆਵੇਗਾ। ਨੈਕਸਟ ਹੈ 100 ਰੁਪੀਜ਼ ਵਰ ਫਾਊਂਡ ਇਨ ਹਿਜ਼ ਪਰਸ, ਯਾਨੀ 100 ਰੁਪਈਏ ਜਿਹੜੇ ਮਿਲੇ ਹੈ। ਅਗਲਾ ਇੱਥੋਂ ਸ਼ੁਰੂ ਹੁੰਦਾ ਹੈ ਕਿ ਇਫ ਦ ਸਬਜੈਕਟ ਇਜ਼ ਸਮ ਆਫ ਮਨੀ ਐਂਡ ਰੈਫਰਸ ਟੂ ਦ ਨੋਟਸ ਔਰ ਕੋਇਨ, ਯਾਨੀ ਅਲੱਗ-ਅਲੱਗ ਗੱਲ ਕਰੀਏ ਕਿ ਉਹਦੇ ਪਰਸ ਦੇ ਵਿੱਚ ਕੀ 100 ਰੁਪਏ ਮਿਲੇ ਹੈ, ਯਾਨੀ ਹੋ ਸਕਦਾ 10-10 ਦੇ ਮਿਲੇ ਹੁਣ, 50 ਦੇ ਮਿਲੇ ਹੁਣ, ਕੁਝ 10 ਦੇ ਮਿਲੇ ਹੁਣ, ਇਹਨੇ ਮਿਲਾ ਕੇ ਕੀ ਮਿਲਿਆ ਹੈ 100 ਰੁਪਏ ਹੋਇਆ, ਤਾਂ ਇੱਥੇ ਕੀ ਆਵੇਗਾ ਵਰ, ਕਿਉਂਕਿ ਉਹਦੇ ਜਿਹੜੀ ਸੈਪਰੇਟਲੀ ਗਿਣਿਆ ਨਾ ਉਹਨਾਂ ਨੂੰ, ਇਸ ਦੇ ਲਈ। ਨੈਕਸਟ ਹੈ 5000 ਰੁਪੀਜ਼ ਇਜ਼ ਅ ਗੁੱਡ ਪ੍ਰਾਈਜ਼ ਫॉर ਦਿਸ ਕੈਮਰਾ। ਠੀਕ ਹੈ, ਯਾਨੀ ਪੂਰੇ 5000 ਦੀ ਗੱਲ ਕੀਤੀ ਹੈ, ਤਾਂ ਉਹ ਇੱਕ ਸਮ ਦੀ ਗੱਲ ਕੀਤੀ ਹੈ, ਇਕੱਠੇ ਦੀ ਗੱਲ ਕੀਤੀ ਹੈ, ਤਾਂ ਇਹ ਕੀ ਹੈ ਸਿੰਗੂਲਰ ਸ਼ੋ ਹੋਵੇਗਾ। ਦੇਅਰ ਵਰ 50 ਰੁਪੀਜ਼ ਇਨ ਹਿਜ਼ ਪੋਕਟ, ਯਾਨੀ ਅਲੱਗ-ਅਲੱਗ ਪੋਕਟ ਦੇ ਵਿੱਚ ਸ਼ੋ ਕੀਤਾ ਹੈ, ਇਸ ਲਈ। ਦੇਅਰ ਆਰ 10 ਸਿਲਵਰ ਰੁਪੀਜ਼ ਇਨ ਮਾਈ ਬਾਕਸ, ਇਸੇ ਤਰ੍ਹਾਂ ਦਾ ਸੈਂਟੈਂਸ ਹੈ। ਇਹ ਸੀਗਾ ਸਬਜੈਕਟ ਵਰਬ ਐਗਰੀਮੈਂਟ। ਇਹਦੇ ਥੱਲੇ ਕੁਝ ਐਗਜ਼ਾਮਪਲਸ ਹੈ, ਉਹ ਆਪਾਂ ਪੜ੍ਹ ਲੈਂਦੇ ਹਾਂ, ਇਹਦੇ ਵਿੱਚ ਲਿਖ ਜਾਵੇਗਾ। ਫਸਟ, ਦ ਟੋਲੈਸਟ ਆਫ ਦੀਜ਼ ਬੋਇਜ਼ ਡੈਸ਼, ਇਹ ਜਿਹੜੀ ਬ੍ਰੈਕ ਦੇ ਵਿੱਚ ਵਰਬ ਦਿੱਤੀ ਹੈ ਇਹ ਫਿਲ ਕਰਨੀ ਹੈ। ਨੈਕਸਟ ਡੋ ਟੂ ਦਿਸ, ਦੇਖੋ ਦ ਟੋਲੈਸਟ ਆਫ, ਜੇ ਆਫ ਲੱਗਿਆ ਹੋਵੇ ਤਾਂ ਆਫ ਤੋਂ ਪਹਿਲੇ ਵਾਲਾ ਸਬਜੈਕਟ ਜਿਹੜਾ ਹਮੇਸ਼ਾ ਹੀ ਵੇਖਿਆ ਜਾਊਗਾ। ਦ ਟੋਲੈਸਟ ਆਫ ਦੀਜ਼ ਬੋਇਜ਼, ਯਾਨੀ ਇਹਨਾਂ ਬੋਇਜ਼ ਦੇ ਵਿੱਚ ਜਿਹੜਾ ਲੰਬਾ ਹੈ ਨੈਕਸਟ ਡੋ ਟੂ ਮੀ, ਉਹ ਮੇਰੇ ਤੋਂ ਅਗਲੇ ਘਰ ਰਹਿੰਦਾ ਹੈ। ਇਹਦੇ ਵਿੱਚ ਜੇ ਇੱਕ ਦੀ ਗੱਲ ਕਰਾਂਗੇ ਤਾਂ ਐਸ ਔਰ ਈ ਐਸ ਲੱਗੇਗਾ, ਤਾਂ ਇਹਦਾ ਆਨਸਰ ਹੈ ਲੀਵਸ। ਨੈਕਸਟ, all the players in my team ਡੈਸ਼ ਡਨ ਵੈਲ, ਜੇ ਮਾਈ ਟੀਮ ਦੀ ਗੱਲ ਕਰਦਾ ਇਕੱਲੀ ਤਾਂ ਸਿੰਗੂਲਰ ਹੋਣਾ ਸੀ, ਲੇਕਿਨ all the player ਯਾਨੀ ਇਕੱਲੇ ਪਲੇਅਰ ਦੀ ਗੱਲ ਕੀਤੀ ਹੈ, ਤਾਂ ਇਹਦੇ ਵਿੱਚ ਕੀ ਆਵੇਗਾ ਹੈਵ ਦਾ ਯੂਜ਼ ਹੋਵੇਗਾ। ਨੈਕਸਟ, ਦ ਟੋਇਜ਼ ਦੈਟ ਵਰ ਬਾਊਟ ਬਾਈ ਅਨਿਲ, ਯਾਨੀ ਇਹ ਸਿਰਫ ਐਕਸਟਰਾ ਇਨਫੋਰਮੇਸ਼ਨ ਦੇਣ ਵਾਸਤੇ ਦੱਸਿਆ ਹੋਇਆ ਹੈ, ਅਤੇ ਇਹਦੇ ਨਾਲ ਕੀ ਆਵੇਗਾ ਆਰ, ਕਿਉਂਕਿ ਗੱਲ ਕਿਸ ਦੀ ਕਰ ਰਿਹਾ ਹੈ ਟੋਇਜ਼ ਦੀ, ਅਤੇ ਐਸ ਲੱਗਿਆ ਤਾਂ ਪਲੂਰਲ। ਦ ਟੋਇਜ਼ that were bought by Anil are really useful। ਨੈਕਸਟ ਹੈ he walks, he ਦੇ ਨਾਲ ਹਮੇਸ਼ਾ ਹੀ ਐਸ ਔਰ ਈ ਐਸ ਦਾ ਯੂਜ਼ ਹੋਵੇਗਾ, ਕਿਉਂਕਿ ਇਹ ਸੈਂਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਦਿੱਤਾ ਹੈ। ਸਲੋ ਐਂਡ ਸਟੱਡੀ ਵਿਨਸ ਦ ਰੇਸ, ਇਹ ਪਹਿਲਾਂ ਹੀ ਆ ਚੁੱਕਿਆ ਹੈ। ਟਾਈਮ ਐਂਡ ਟਾਈਡ ਵੇਟ ਫੋਰ ਨਨ, ਟਾਈਮ ਐਂਡ ਟਾਈਡ, ਠੀਕ ਹੈ, ਇੱਥੇ ਆਵੇਗਾ ਵੇਟ ਫੋਰ ਨਨ। ਕਈ ਵਾਰ ਪੁਰਾਣੀ ਕਿਤਾਬਾਂ ਦੇ ਵਿੱਚ ਵੇਟਸ ਫੋਰ ਨਨ ਵੀ ਆ ਚੁੱਕਿਆ ਹੈ, ਲੇਕਿਨ ਇੱਥੇ ਵੇਟ ਆਵੇਗਾ ਅਕੋਰਡਿੰਗ ਟੂ PSEB। ਨੈਕਸਟ,
ऑयल एंड वाटर यानी दो अलग अलग चीज़ां है ਤਾਂ ਇੱਥੇ डू नॉट मिक्स पानी ਅਤੇ तेल मिक्स नहीं ਹੁੰਦਾ। नेक्स्ट एग्जाम्पल, टोबैको एंड एल्कोहल, भी दो अलग अलग चीज़ों ਨੂੰ ਰੈਫਰੈਂਸ ਕਰ ਰਿਹਾ ਤਾਂ ਇੱਥੇ ਆਰ ਯਾਨੀ ਆਰ ਇੰਜਰਸ ਟੂ ਹੈਲਥ। नाइन्थ, ਆਈਦਰ ਅਸ਼ੋਕ ਔਰ ਰਾਕੇਸ਼, ਦੋਨਾਂ ਵਿੱਚੋਂ ਕੋਈ ਇੱਕ ਡਨ ਦਿਸ ਮਿਸਚੀਫ, ਇਹ ਗਲਤੀ ਉਸਨੇ ਦੋਨਾਂ 'ਚ ਇੱਕ ਨੇ ਕੀਤੀ ਹੈ ਤਾਂ ਇਹਦੇ ਵਿੱਚ ਕੀ ਆਵੇਗਾ, ਹੈਜ਼ ਦਾ ਯੂਜ਼ ਹੋਵੇਗਾ। ਆਈਦਰ ਯੂ ਔਰ ਹੀ, ਇਹਦੇ ਵਿੱਚ ਕੀ ਹੈ, ਇਹ ਦੋਵੇਂ ਇਹਦੇ 9 ਨੰਬਰ ਦੇ ਵਿੱਚ ਕੀ ਸੀ, ਦੋਵੇਂ ਸਿੰਗੂਲਰ ਨਾਊਨ ਸੀ, ਇਹਦੇ ਵਿੱਚ ਇੱਕ ਸਿੰਗੂਲਰ ਹੈ ਇੱਕ ਪਲੂਰਲ ਪ੍ਰੋਨਾਊਨ ਹੈ। ਤਾਂ ਜਿਹੜਾ ਇਹ ਇਸ ਤਰ੍ਹਾਂ ਦਾ ਡਿਫਰੈਂਟ ਦਿੱਤੇ ਹੋਣ ਤਾਂ ਦੂਜੇ ਦੇ ਅਕੋਰਡਿੰਗ ਆਵੇਗਾ, ਤਾਂ ਇੱਥੇ ਹੀ ਦੇ ਅਕੋਰਡਿੰਗ ਇਜ਼ ਆਵੇਗਾ। ਨੈਕਸਟ, ਨਾਈਦਰ ਦ ਜੱਜ ਨੋਰ ਦ ਵਿਟਨੈਸਿਸ, 11 ਨੰਬਰ ਹੈ ਤਾਂ ਇਹ ਵੀ ਡਿਫਰੈਂਟ ਹੈ ਤਾਂ ਇੱਥੇ ਕੀ ਹੈ, ਬਿਲੀਵ, ਪਲੂਰਲ ਹੈ ਨਾ, ਵਿਟਨੈਸਿਸ ਐਸ ਲੱਗਿਆ ਹੈ, ਪਲੂਰਲ ਹੈ ਤਾਂ ਪਲੂਰਲ ਦੇ ਨਾਲ ਪਲੂਰਲ ਵਰਬ ਬਿਲੀਵ। 12, ਨਾਈਦਰ ਦ ਕੈਪਟਨ ਨੋਰ ਦ ਸੋਲਜਰਸ, ਇਹ ਵੀ ਸੇਮ ਜਿਹਾ ਹੀ ਹੈ, ਇੱਥੇ ਆਵੇਗਾ ਹੈਵ। ਆਈਦਰ ਹੀ ਔਰ ਆਈ, ਨੰਬਰ 13, ਆਈਦਰ ਹੀ ਔਰ ਆਈ, ਦੂਜੇ ਦੇ ਅਕੋਰਡਿੰਗ ਤਾਂ ਇੱਥੇ ਆਈ ਦੇ ਨਾਲ ਐਮ ਆਉਂਦਾ ਹੈ, ਇੱਥੇ ਆਊਗਾ ਐਮ। 14, ਹੀ ਐਜ਼ ਵੈਲ ਐਜ਼, ਯਾਨੀ ਐਜ਼ ਵੈਲ ਐਜ਼ ਲੱਗਿਆ ਹੋਵੇ ਤਾਂ ਇਸ ਤੋਂ ਪਹਿਲਾਂ ਵਾਲਾ ਸਬਜੈਕਟ ਵੇਖਣਾ ਹੈ ਤਾਂ ਇੱਥੇ ਆਵੇਗਾ ਇਸ 14th ਨੰਬਰ 'ਤੇ। ਈਚ ਡੇ ਐਂਡ ਈਚ ਆਵਰ, ਯਾਨੀ ਦੋਨਾਂ ਦੇ ਨਾਲ ਕੀ ਲੱਗਿਆ ਹੋਇਆ ਹੈ, ਈਚ ਜਾਂ ਐਵਰੀ ਲੱਗਿਆ ਹੋਵੇ ਤਾਂ ਇੱਥੇ ਕੀ ਆਵੇਗਾ, ਸਿੰਗੂਲਰ ਹੈਜ਼। 16, either of these two proposals acceptable to me, ਇੱਥੇ ਲੱਗੇਗਾ is। next, the jury dash divided in their opinion, ਇਹਨੂੰ ਵੇਖਣਾ ਸਭ ਤੋਂ ਪਹਿਲਾਂ, ਇੱਥੇ ਇਟਸ ਹੁੰਦਾ ਤਾਂ ਵਾਸ ਲੱਗਣਾ ਸੀ, ਇੱਥੇ ਹੈ ਦੇਅਰ ਤਾਂ ਇੱਥੇ ਲੱਗੇਗਾ ਵਰ। ਦ ਅਸੈਂਬਲੀ, ਇਹ ਵੀ ਸਿੰਗੂਲਰ ਹੈ, ਅਸੈਂਬਲੀ ਜਿਹੜਾ ਵਰਡ ਹੈ ਇਹ ਇਜ਼। ਆਈ ਐਮ ਦ ਵਨ ਹੂ, ਤੇ ਹੂ ਤੋਂ ਪਹਿਲੇ ਵਾਲੇ ਦੇ ਅਕੋਰਡਿੰਗ ਯਾਨੀ ਹੂ ਇਹਦੇ ਦੇ ਲੱਗਿਆ ਹੋਇਆ ਤਾਂ ਇੱਥੇ ਕੀ ਆਊਗਾ, ਹੈਜ਼। Next, this is one of the most difficult lesson that have been taught, ये complete हो चुकी है exercise। Thank you for watching the video.